हेलो स्टूडेंट्स, आई एम सुखविंदर कौर फ्रॉम डिपार्टमेंट ऑफ इकोनॉमिक्स GTST कॉलेज हरियाणा हुशियारपुर। अज असीं टॉपिक शुरू करना मॉडर्न थ्योरी ऑफ इंटरनेशनल ट्रेड और हेक्सर-रोलिन थ्योरी ऑफ इंटरनेशनल ट्रेड। मतलब मॉडर्न थ्योरी ऑफ इंटरनेशनल ट्रेड या हेक्सर-रोलिन थ्योरी ऑफ इंटरनेशनल ट्रेड। ये टॉपिक है जिहड़ा चैप्टर असीं अज शुरू करना। असल च इहदे विच असीं अज मीनिंग अजम्पशनस करांगे ते उस तो बाद बाकी रिमेनिंग पार्ट आप नैक्सट लैक्चर च करना। अज सिर्फ असीं इन्ना ही पार्ट करना है असल च। क्यों? क्योंकि सब तो पहले तो की है हेक्सर-रोलिन थ्योरी की हैगी। ये जिहड़ी थ्योरी है, हेक्सर नाम दे इकोनॉमिस्ट है जिहड़े स्वीडिश इकोनॉमिस्ट एक्चुअली, उन्होंने 1919 ਦੇ ਵਿੱਚ ਇੱਕ ਲੇਖ ਲਿਖਿਆ ਸੀਗਾ, ਉਹਦੇ ਵਿੱਚ ਦਿੱਤੀ ਸੀ। ਉਸ ਤੋਂ ਬਾਅਦ ਓਹਿਲਿਨ ਹੈ ਜਿਹੜੇ, ਉਹਨਾਂ ਨੇ 1924 ਦੇ ਵਿੱਚ ਜਿਹੜੀ ਆਪਣੀ ਕਿਤਾਬ ਲਿਖੀ ਇੰਟਰਨੈਸ਼ਨਲ ਐਂਡ ਇੰਟਰ ਰੀਜਨਲ ਟ੍ਰੇਡ, ਜਿਹੜੀ 1933 ਦੇ ਵਿੱਚ ਫਿਰ ਆਈ, ਉਹਦੇ ਵਿੱਚ ਇਸ ਸਿਧਾਂਤ ਦੇ ਬਾਰੇ ਵਿੱਚ ਦੱਸਿਆ। ਇਹ ਜਿਹੜਾ ਸਿਧਾਂਤ ਆ ਅਸਲ ਦੇ ਵਿੱਚ ਹੈਕਸਰ-ਰੋਲਿਨ ਥਿਊਰੀ ਇੰਟਰਨੈਸ਼ਨਲ ਟ੍ਰੇਡ ਦੀ, ਜਿਸ ਤਰ੍ਹਾਂ ਆਪਾਂ ਇੰਟਰਨੈਸ਼ਨਲ ਟ੍ਰੇਡ ਕੀ ਹੁੰਦਾ, ਉਹਦੇ ਐਡਵਾਂਟੇਜ ਡਿਸਐਡਵਾਂਟੇਜ, ਦੈਨ ਇੰਟਰਨੈਸ਼ਨਲ ਟ੍ਰੇਡ ਦੀ ਕਲਾਸੀਕਲ ਥਿਊਰੀ, ਜਿਹਦੇ ਵਿੱਚ ਕੰਪੈਰੇਟਿਵ ਕਾਸਟ ਥਿਊਰੀ ਆਪਾਂ ਕੀਤੀ ਸੀਗੀ, ਉਹ ਕਰ ਚੁੱਕੇ ਹਾਂ। ਜਿਹਦੇ ਵਿੱਚ ਉਹਨੇ ਕਿਹਾ ਸੀਗਾ ਕਿ ਕੰਪੈਰੇਟਿਵ ਕਾਸਟਸ ਦਾ ਜਿਹੜਾ ਡਿਫਰੈਂਸ ਹੁੰਦਾ, ਤੁਲਨਾਤਮਕ ਲਾਗਤਾਂ ਦਾ ਜਿਹੜਾ ਡਿਫਰੈਂਸ ਹੁੰਦਾ, ਉਹਦੇ ਕਰਕੇ ਇੰਟਰਨੈਸ਼ਨਲ ਟ੍ਰੇਡ ਹੁੰਦਾ। ਪਰ ਇਸ ਥਿਊਰੀ ਦੇ ਵਿੱਚ ਇਹਨਾਂ ਕੰਸੈਪਟਸ ਦਾ मतलब ਕੰਪੈਰੇਟਿਵ ਕਾਸਟ ਦਾ ਜਿਹੜਾ ਉਹ ਕ੍ਰਿਟਿਸਿਜ਼ਮ ਕੀਤਾ ਗਿਆ। ਔਰ ਉਹਨਾਂ ਨੇ ਕਿਹਾ ਕਿ ਜਿਹੜੀ ਇੰਟਰਨੈਸ਼ਨਲ ਟ੍ਰੇਡ ਆ ਉਹ ਕੰਪੈਰੇਟਿਵ ਕਾਸਟ ਦੇ ਵਿੱਚ ਡਿਫਰੈਂਸ ਕਰਕੇ ਨਹੀਂ ਕੀਤਾ ਜਾਂਦਾ। ਇੰਟਰਨੈਸ਼ਨਲ ਟ੍ਰੇਡ ਆ ਜਿਹੜਾ ਉਹ ਸਾਧਨ ਸੰਪੰਨਤਾ ਹੈ ਜਿਹੜੀ ਅਲੱਗ-ਅਲੱਗ ਕੰਟਰੀਜ਼ ਦੇ ਜਿਹੜੇ ਨੈਚੁਰਲ ਰਿਸੋਰਸਿਸ ਆ, ਜਿਹੜੇ ਉਹਨਾਂ ਦੇ ਵਿੱਚ ਰਿਸੋਰਸਿਸ ਆ, ਉਹਨਾਂ ਦੇ ਵਿੱਚ ਡਿਫਰੈਂਸ ਹੁੰਦਾ। ਸਾਧਨ ਸੰਪੰਨਤਾ ਦੇ ਵਿੱਚ, ਫੈਕਟਰ ਇੰਡੋਮੈਂਟ ਦੇ ਵਿੱਚ ਡਿਫਰੈਂਸ ਹੁੰਦਾ, ਜਿਹਦੇ ਕਰਕੇ ਇੰਟਰਨੈਸ਼ਨਲ ਟ੍ਰੇਡ ਆ ਜਿਹੜਾ ਉਹ ਕੀਤਾ ਜਾਂਦਾ। ਕਿਤੇ ਕਿਸੇ ਪ੍ਰੋਡਕਟ ਦੀ, ਕਿਸੇ ਚੀਜ਼ ਦੀ ਸਕੇਅਰਸਿਟੀ ਹੁੰਦੀ ਹੈ, ਕਿਤੇ ਉਹ ਬਹੁਤ ਅਬੰਡੈਂਸ ਦੇ ਵਿੱਚ ਮਿਲਦਾ ਹੈ। ਇਹਦੇ ਕਰਕੇ ਜਿਹੜੀ ਇੰਟਰਨੈਸ਼ਨਲ ਟ੍ਰੇਡ ਆ ਉਹ ਕੀਤਾ ਜਾਂਦਾ, ਨਾ ਕਿ ਕੰਪੈਰੇਟਿਵ ਕਾਸਟਸ ਦੇ ਵਿੱਚ ਡਿਫਰੈਂਸ ਦੇ ਕਰਕੇ ਕੀਤਾ ਜਾਂਦਾ। ਕਿਉਂਕਿ ਜਿੱਥੇ ਜਿਹੜਾ ਪ੍ਰੋਡਕਟ ਅਬੰਡੈਂਸ ਦੇ ਵਿੱਚ ਮਿਲੇਗਾ, ਉੱਥੇ ਉਹ ਬਿਨਾਂ ਸ਼ੱਕ ਈਜ਼ੀਲੀ ਮਿਲਦਾ ਪਿਆ ਅਤੇ ਉਹਦੀ ਕਾਸਟ ਆਫ ਪ੍ਰੋਡਕਸ਼ਨ ਘੱਟ ਹੋਏਗੀ, ਜ਼ਿਆਦਾ ਪ੍ਰੋਡਕਸ਼ਨ ਹੋਏਗੀ। ਜਿੱਥੇ ਉਹਦੀ ਸਕੇਅਰਸਿਟੀ ਹੈ, ਉੱਥੇ ਉਹ ਘੱਟ ਮਿਲਦਾ ਪਿਆ, ਕਾਸਟ ਆਫ ਪ੍ਰੋਡਕਸ਼ਨ ਜ਼ਿਆਦਾ ਆ ਜਾਏਗੀ, ਰॉ ਮਟੀਰੀਅਲ ਮਹਿੰਗਾ ਹੋਏਗਾ ਅਤੇ ਪ੍ਰੋਡਕਸ਼ਨ ਘੱਟ ਹੋਏਗੀ। ਇਸ ਲਈ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਫਿਰ ਇੰਟਰਨੈਸ਼ਨਲ ਟ੍ਰੇਡ ਆ ਜਿਹੜਾ ਉਹ ਕੀਤਾ ਜਾਏਗਾ। ਇੰਟਰਨੈਸ਼ਨਲ ਟ੍ਰੇਡ ਦਾ ਜਿਹੜਾ ਬੇਸ ਹੈ ਉਹ ਫੈਕਟਰ ਇੰਡੋਨਮੈਂਟ ਸਾਧਨ ਸੰਪੰਨਤਾ ਦੇ ਵਿੱਚ ਡਿਫਰੈਂਸਿਸ ਹੁੰਦੇ ਆ, ਨਾ ਕਿ ਜਿਹੜਾ ਕੰਪੈਰੇਟਿਵ ਕਾਸਟਸ ਦੇ ਵਿੱਚ ਡਿਫਰੈਂਸ ਇਹ ਹੁੰਦਾ ਆ। ਇਸ ਲਈ ਕਲਾਸੀਕਲ ਇਕੋਨਮਿਸਟਸ ਨੇ ਤਾਂ ਸਿਰਫ ਇਹ ਕਿਹਾ ਕਿ ਜਦੋਂ ਤੁਹਾਡੀਆਂ ਕੰਪੈਰੇਟਿਵ ਕਾਸਟਸ ਦੇ ਵਿੱਚ ਡਿਫਰੈਂਸ ਹੋਏਗਾ ਤਾਂ ਤੁਹਾਡਾ ਇੰਟਰਨੈਸ਼ਨਲ ਟ੍ਰੇਡ ਹੋਏਗਾ। ਜਦੋਂ ਤੁਹਾਡੀ ਸਪੈਸ਼ਲਾਈਜੇਸ਼ਨ ਹੋ ਜਾਏਗੀ ਤਾਂ ਤੁਹਾਡਾ ਇੰਟਰਨੈਸ਼ਨਲ ਟ੍ਰੇਡ ਹੋਏਗਾ। ਪਰ ਇਹਨਾਂ ਨੇ ਥੋੜ੍ਹਾ ਜਿਹਾ ਜਿਹੜਾ ਇਹਨੂੰ ਅੱਗੇ ਜਿਹੜੇ ਕਾਰਨ ਦੱਸੇ ਆ ਜਿਨ੍ਹਾਂ ਦੇ ਕਰਕੇ ਇੰਟਰਨੈਸ਼ਨਲ ਟ੍ਰੇਡ ਹੁੰਦਾ, ਸਿਰਫ ਕੰਪੈਰੇਟਿਵ ਕਾਸਟਸ ਜਾਂ ਫਿਰ ਸਪੈਸ਼ਲਾਈਜੇਸ਼ਨ ਦੇ ਕਰਕੇ ਹੀ ਇੰਟਰਨੈਸ਼ਨਲ ਟ੍ਰੇਡ ਨਹੀਂ ਹੁੰਦਾ। ਔਰ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਓਲਿਨ ਨੇ ਕਿਹਾ ਕਿ ਕੀਮਤਾਂ ਦੇ ਵਿੱਚ ਅੰਤਰ ਹੋਣ ਦੇ ਕਰਕੇ ਇੰਟਰਨੈਸ਼ਨਲ ਟ੍ਰੇਡ ਹੁੰਦਾ। ਸਾਧਨ ਕੀਮਤਾਂ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਅਲੱਗ-ਅਲੱਗ ਹੁੰਦੀਆਂ, ਕਿਉਂਕਿ ਫੈਕਟਰ ਇੰਡੋਮੈਂਟ ਕਿੰਨੀ, ਸਾਧਨ ਸੰਪੰਨਤਾ ਕਿੰਨੀ ਆ, ਉਹਦੇ ਸਿੱਟੇ ਦੇ ਵਜੋਂ ਹੁੰਦਾ। ਇਸ ਲਈ ਉਹਦੇ ਆਧਾਰ 'ਤੇ ਫਿਰ ਜਿਹੜੀ ਇੰਟਰਨੈਸ਼ਨਲ ਟ੍ਰੇਡ ਆ ਉਹ ਕੀਤਾ ਜਾਂਦਾ। ਹੁਣ ਅਜੰਪਸ਼ਨਸ ਕੀ ਆ? ਅਜੰਪਸ਼ਨਸ ਜਦੋਂ ਅਸੀਂ ਇਸ ਥਿਊਰੀ ਨੂੰ ਐਕਸਪਲੇਨ ਕਰਨਾ ਹੈ ਅਤੇ ਇਹਨੂੰ ਕੁਛ ਅਜੰਪਸ਼ਨਸ ਲੈ ਕੇ ਚੱਲਾਂਗੇ। ਪਹਿਲੀ ਅਜੰਪਸ਼ਨ ਕੀ ਆ ਕਿ ਇਹ ਜਿਹੜਾ ਸਿਧਾਂਤ ਸਿਰਫ 2 ਦੇਸ਼ਾਂ 'ਚ ਲਾਗੂ ਹੁੰਦਾ। ਸਿਰਫ 2 'ਚ ਨਹੀਂ ਹੁੰਦਾ, ਪਰ ਅਸੀਂ ਮੰਨ ਕੇ ਚੱਲਦੇ ਹਾਂ ਕਿ ਸਿਰਫ 2 ਕੰਟਰੀਜ਼ ਦੇ ਵਿੱਚ ਲਾਗੂ ਹੁੰਦਾ। 2 ਹੀ ਪ੍ਰੋਡਕਟ ਪ੍ਰੋਡਿਊਸ ਹੁੰਦੇ ਆ ਅਤੇ ਸਿਰਫ 2 ਸਾਧਨਾਂ ਦੇ ਨਾਲ, ਮਤਲਬ ਕਿਉਂਕਿ ਵੈਸੇ ਤਾਂ ਫੈਕਟਰ ਤੋਂ ਪ੍ਰੋਡਕਸ਼ਨ 4 ਹੁੰਦੇ ਆ, ਪਰ ਅਸੀਂ ਮੰਨ ਕੇ ਚੱਲਾਂਗੇ 2 ਸਾਧਨਾਂ ਨਾਲ ਪ੍ਰੋਡਕਸ਼ਨ ਹੁੰਦੀ ਹੈ। ਮਤਲਬ 2 ਕੰਟਰੀਜ਼, 2 ਪ੍ਰੋਡਕਟਸ, 2 ਰਿਸੋਰਸਿਸ। ਇਸ ਲਈ ਇਸਨੂੰ 2x2 ਮਾਡਲ ਕਹਿ ਦਿੰਦੇ ਆ। ਉਸ ਤੋਂ ਬਾਅਦ ਇਹ ਵੀ ਮੰਨ ਕੇ ਚੱਲਦੇ ਹਾਂ ਕਿ ਜਿਹੜੇ 2 ਦੇਸ਼ ਆਪਾਂ ਮੰਨਦੇ, 2 ਕੰਟਰੀਜ਼ ਲੈ ਕੇ ਚੱਲਦੇ ਹਾਂ, ਉਹਨਾਂ ਦੇ ਵਿੱਚ ਜਿਹੜਾ ਪ੍ਰੋਡਕਸ਼ਨ ਫੰਕਸ਼ਨ ਆ ਉਹ ਸੇਮ ਆ, ਪਰ ਵੱਖ-ਵੱਖ ਵਸਤੂਆਂ ਲਈ ਵੱਖ-ਵੱਖ ਪ੍ਰੋਡਕਸ਼ਨ ਫੰਕਸ਼ਨ ਆ, ਪਰ 2 ਕੰਟਰੀਜ਼ ਦਾ ਜਿਹੜਾ ਪ੍ਰੋਡਕਸ਼ਨ ਫੰਕਸ਼ਨ ਆ ਉਹ ਸੇਮ ਆ। ਉਸ ਤੋਂ ਬਾਅਦ ਜਿਹੜੇ ਸਾਧਨ ਆ, ਜਿਹੜੇ ਫੈਕਟਰਸ ਆਫ ਪ੍ਰੋਡਕਸ਼ਨ ਆਪਾਂ ਮੰਨ ਕੇ ਚੱਲੇ 2 ਆਪਾਂ ਯੂਜ਼ ਕਰਨੇ ਆ, ਉਹ ਇੱਕ ਦੇਸ਼ ਦੇ ਵਿੱਚ ਤਾਂ ਮੋਬਾਈਲ ਆ, ਪਰ ਦੇਸ਼ ਤੋਂ ਬਾਹਰ ਉਹ ਇਮੋਬਾਈਲ ਹੋ ਜਾਂਦੇ ਆ। ਦੇਸ਼ ਦੇ ਵਿੱਚ ਤਾਂ ਉਹ ਗਤੀਸ਼ੀਲ ਆ, ਐਕਟਿਵ ਆ, ਪਰ ਆਪਣੇ ਦੇਸ਼ ਤੋਂ ਬਾਅਦ ਉਹ ਗਤੀਹੀਨ ਹੋ ਜਾਂਦੇ ਆ। ਔਰ ਇਹ ਵੀ ਮੰਨ ਕੇ ਚੱਲਦੇ ਹਾਂ ਕਿ ਸਾਰੇ ਬਾਜ਼ਾਰਾਂ ਦੇ ਵਿੱਚ ਪਰਫੈਕਟ ਕੰਪੀਟੀਸ਼ਨ ਪਾਇਆ ਜਾਂਦਾ। ਪਰਫੈਕਟ ਕੰਪੀਟੀਸ਼ਨ ਪਾਏ ਜਾਣ ਦਾ ਮਤਲਬ ਕੀ ਹੈ ਕਿ ਸਾਰੇ ਲੋਕ ਕੰਮ 'ਤੇ ਲੱਗੇ ਹੋਏ ਆ, ਫੁੱਲ ਇੰਪਲਾਈਮੈਂਟ ਹੈ।
ਤੇ ਇਸ ਲਈ ਉਹਨਾਂ ਦੀ ਜਿਹੜੀ ਮਾਰਜਨਲ ਪ੍ਰੋਡਕਟਿਵਿਟੀ ਆ ਉਹਦੇ ਅਕੋਰਡਿੰਗ ਸਾਰਿਆਂ ਨੂੰ ਜਿਹੜਾ ਉਹਨਾਂ ਦਾ ਰਿਵਾਰਡ ਆ ਉਹ ਮਿਲਦਾ ਪਿਆ। ਅਤੇ ਮਾਰਜਨਲ ਕੋਸਟ ਦੇ ਅਕੋਰਡਿੰਗ ਜਿਹੜੀ ਪ੍ਰੋਡਕਟ ਦਾ ਪ੍ਰਾਈਸ ਆ ਉਹ ਡਿਸਾਈਡ ਕੀਤਾ ਜਾਂਦਾ। ਫਿਰ ਵੀ ਮੰਨ ਕੇ ਚੱਲਦੇ ਹਾਂ ਕਿ ਫ੍ਰੀ ਟਰੇਡ ਆ, ਮਤਲਬ ਕਿਸੇ ਤਰ੍ਹਾਂ ਦਾ ਵੀ ਕੋਈ ਸਰਕਾਰੀ ਦਖਲਅੰਦਾਜ਼ੀ ਨਹੀਂ ਹੈ। ਦੋ ਦੇਸ਼ ਆਪਾਂ ਮੰਨ ਕੇ ਚੱਲੇ ਹਾਂ, ਪਰ ਮੰਨ ਕੇ ਚੱਲੇ ਹਾਂ ਕਿ ਉਹਨਾਂ ਦੇ ਟੇਸਟ ਸਮਾਨ ਆ, ਟੈਕਨੀਕ ਸੇਮ ਆ, ਟਰਾਂਸਪੋਰਟੇਸ਼ਨ ਕੋਈ ਕਾਸਟ ਨਹੀਂ ਆਉਂਦੀ ਪਈ, ਫੈਕਟਰ ਇੰਡੋਰਮੈਂਟਸ ਜਿਹੜੀਆਂ ਹੈਗੀਆਂ ਸਾਧਨ ਸੰਬੰਧਤਾਵਾਂ ਉਹ ਦੋਨਾਂ ਦੇਸ਼ਾਂ ਦੀਆਂ ਅਲੱਗ-ਅਲੱਗ ਆ। ਅਤੇ ਇਹ ਵੀ ਮੰਨ ਕੇ ਚੱਲਦੇ ਪਏ ਹਾਂ ਕਿ ਉਹਨਾਂ ਵਸਤੂਆਂ ਦਾ ਉਹਨਾਂ ਦੀ ਸਾਧਨ ਪ੍ਰਧਾਨਤਾ ਦੇ ਰੂਪ ਵਿੱਚ ਵਰਗੀਕਰਨ ਕੀਤਾ ਜਾਂਦਾ, ਮੀਨਜ਼ ਉਹ ਕੈਪੀਟਲ ਇੰਟੈਂਸਿਵ ਆ ਕਿ ਲੇਬਰ ਇੰਟੈਂਸਿਵ ਆ, ਠੀਕ ਹੈ। ਉਹਦੇ ਅਕੋਰਡਿੰਗ ਉਹਨਾਂ ਦਾ ਵਰਗੀਕਰਨ ਕੀਤਾ ਜਾਏਗਾ। ਉਸ ਤੋਂ ਬਾਅਦ ਪ੍ਰੋਡਕਸ਼ਨ ਫੰਕਸ਼ਨਸ ਆ ਜਿਹੜੇ ਉਹ ਹੋਮੋਜੀਨੀਅਸ ਆ ਅਤੇ ਫਸਟ ਡਿਗਰੀ ਦੇ ਹੈਗੇ ਆ, ਇਹਦੀਆਂ ਜੰਪਸ਼ਨਸ ਆ। ਇਸ ਤੋਂ ਅੱਗੇ ਇਹਦੀ ਜਿਹੜੀ ਐਕਸਪਲੇਨੇਸ਼ਨ ਅਤੇ ਇਹਦੀ ਜਿਹੜੀ ਕ੍ਰਿਟਿਸਿਜ਼ਮ ਆ ਉਹ ਆਪਾਂ ਕੱਲ੍ਹ ਦੇ ਲੈਕਚਰ 'ਚ ਕਰਾਂਗੇ। ਥੈਂਕ ਯੂ ਸੋ ਮਚ।